बिस्मिल्लाहिर्रहमानिर्रहीम। मेरे प्यारे नाजरीन और सामीन, मैं हूं आपका भाई हाफिज़ वसी मोहम्मद ख़ान और ये है हाफिज़ वसी टीवी यूट्यूब चैनल। इसको सब्सक्राइब करें, बेल के बटन को दबाएं और वीडियो को लाइक करें। आज का प्रोग्राम जो है वो कुर्बानी के जानवरों की खरीद, उनकी देखभाल और उसके बाद उसकी फरोख्त से मुतालिक है। और उसके लिए हमने आज दावत दी है मोहतरम डॉक्टर गुलाम मोहम्मद गिल साहब को, जो रिटायर हुए हैं बड़ी इज्जत के साथ डायरेक्टर जनरल एक्सटेंशन लाइव स्टॉक। और इनकी सबसे बड़ी खूबी ये है कि इन्होंने 16 साल जिंदगी के छोटे फार्मर्स की बेहतरी के लिए एक प्रोजेक्ट बनाया गया था गुजरांवाला के अंदर, जिसका नाम था स्मॉल होल्डर डेयरी डेवलपमेंट प्रोजेक्ट। और ये इनका नाम बड़ा जाना पहचाना है और एक रिश्ता रहा है इनका जानवरों के साथ और छोटे किसानों के साथ। और इनको पता है कि छोटे किसानों की मईशत को कैसे बेहतर किया जा सकता है और जानवरों का रोल उसमें क्या है। खास तौर पर ये बेहतरीन वक्त है कुर्बानी के लिए जानवरों की खरीद का। तो मेरी उनसे गुजारिश है वो रहनुमाई फरमाएं कि ये एक बेहतरीन वक्त है इस कारोबार को शुरू करने के लिए। ये सीजन है इस कारोबार की बढ़ोतरी के लिए। तो मैं वेलकम करता हूं मोहतरम डॉक्टर गुलाम मोहम्मद गिल साहब को कि आप यहां तशरीफ लाए हैं। और मुझे यकीन है और मैं आपसे गुजारिश करूंगा कि आप मेरे किसानों की रहनुमाई फरमाएं कि पहले ये बताएं कि कुर्बानी के जानवरों के पालने का हमारे देहात की मईशत में क्या रोल है। जी आप साहब, सब तो पहला तो मैं बहुत बहुत शुक्रगुजार हाँ ਤੁਹਾਡਾ ਕਿ ਤੁਸੀਂ ਮੈਨੂੰ ਇੱਥੇ ਬੁਲਾਇਆ ਤੇ ਮੈਂ ਆਪਣੇ ਜ਼ਿਮੀਂਦਾਰ ਭਾਈਆਂ ਨੂੰ ਕੁਝ ਮਸ਼ਵਰੇ ਦਵਾਂ ਜਾਨਵਰਾਂ ਦੇ ਪਾਲਣ ਦੇ ਬਾਰੇ ਦੇ ਵਿੱਚ। ਔਰ ਖਾਸ ਤੌਰ ਤੇ ਇਹ ਕੁਰਬਾਨੀ ਦਾ ਜਿਹੜਾ ਤਿਉਹਾਰ ਹੈ ਸਾਡਾ ਇੱਕ ਮਜ਼ਹਬੀ ਤਿਉਹਾਰ ਹੈ। और ਜਿਹੜੇ ਜਾਨਵਰ ਅਸੀਂ ਕੁਰਬਾਨੀ ਕਰਦੇ ਹਾਂ ਉਹ ਅਸੀਂ ਜਾਨਵਰ ਅੱਛੇ ਤੋਂ ਅੱਛਾ ਜਾਨਵਰ ਕਰਦੇ ਹਾਂ। ਔਰ ਤਕਰੀਬਨ ਇੱਕ ਅੰਦਾਜ਼ੇ ਦੇ ਮੁਤਾਬਕ ਹੈ ਕਿ ਹਰ ਸਾਲ ਕੁਰਬਾਨੀ ਤੇ ਕੋਈ 10 ਮਿਲੀਅਨ ਦੇ ਕਰੀਬ ਜਾਨਵਰ ਜਿਹੜਾ ਕੁਰਬਾਨੀ ਕੀਤਾ ਜਾਂਦਾ ਹੈ। ਔਰ ਇਹ ਜਾਨਵਰਾਂ ਦੇ ਨਾਲ ਫਿਰ ਸਾਡਾ ਇੱਕ ਇਸਲਾਮੀ ਤੌਰ ਤੇ, ਦਿਲੀ ਤੌਰ ਤੇ, ਮਜ਼ਹਬ ਕੇ ਲਿਹਾਜ਼ ਦੇ ਨਾਲ ਜਿਹੜਾ ਹੈ ਨਾ ਜੀ ਸਾਡਾ ਇੱਕ ਰਿਸ਼ਤਾ ਹੁੰਦਾ ਹੈ ਜਾਨਵਰਾਂ ਦੇ ਨਾਲ। ਔਰ ਕਿਉਂਕਿ ਜਿਸ ਤਰ੍ਹਾਂ ਮਤਲਬ ਕਿ ਸਾਨੂੰ ਇਸਲਾਮ ਨੇ ਤਾਲੀਮ ਦਿੱਤੀ ਹੈ ਕਿ ਆਪਣੀ ਪਿਆਰੀ ਤੋਂ ਪਿਆਰੀ ਚੀਜ਼ ਨੂੰ ਤੁਸੀਂ ਜ਼ਬਾ ਕਰੋ, ਜਿਹੜਾ ਸੀ ਕੁਰਬਾਨੀ ਦਿਓ ਉਸ ਦੀ। ਇਸ ਕਰਕੇ ਜਾਨਵਰ ਅਸੀਂ ਵੀ ਬਹੁਤ ਅੱਛੇ ਕੀਮਤੀ ਜਾਨਵਰ ਜਿਹੜੇ ਪਾਲ ਕੇ ਉਹਨਾਂ ਨੂੰ ਸ਼ੌਕ ਦੇ ਨਾਲ ਜਿਹੜਾ ਸੀ ਸਾਡਾ ਇੱਕ ਰੂਹਾਨੀ ਉਹਨਾਂ ਦੇ ਨਾਲ ਰਿਸ਼ਤਾ ਹੁੰਦਾ ਹੈ। ਤੇ ਇਸ ਵਜ੍ਹਾ ਦੇ ਨਾਲ ਇੱਕ ਦਿਸ ਇਜ਼ ਦੀ ਬੈਸਟ ਟਾਈਮ ਕਿ ਇਸ ਵੇਲੇ ਜਿਹੜਾ ਨਾ ਜੀ ਬਿਹਤਰੀਨ ਟਾਈਮ ਹੈ ਕਿ ਜਾਨਵਰ ਅਸੀਂ ਖਰੀਦ ਲੈ ਜਾਣ, ਕਿਉਂਕਿ ਕੁਰਬਾਨੀ 4-5 ਮਹੀਨੇ ਰਹਿੰਦੇ ਨੇ। ਔਰ ਉਸ ਤੋਂ ਪਹਿਲੇ ਕਿ ਜਾਨਵਰ ਨੂੰ ਕਮ ਅਜ਼ ਕਮ ਵੀ 3 ਤੋਂ ਲੈ ਕੇ 4 ਮਹੀਨੇ ਤੱਕ ਰੱਖਣਾ ਹੁੰਦਾ ਹੈ। ਔਰ ਉਸੇ ਦੇ ਦੌਰਾਨ ਜਿਹੜਾ ਜੀ ਕਿ ਉਹਨੂੰ ਸਪੈਸ਼ਲ ਖੁਰਾਕ ਦਿੱਤੀ ਜਾਂਦੀ ਹੈ, ਜਿਹਦੇ ਨਾਲ ਜਾਨਵਰ ਜਿਹੜੇ ਫਰਵਾ ਹੋ ਜਾਂਦੇ ਨੇ ਔਰ ਉਹ ਸੋਹਣੇ ਵੀ ਲੱਗਦੇ ਨੇ ਔਰ ਉਹਨਾਂ ਦਾ ਜਿਹੜਾ ਵਜ਼ਨ ਹੈ ਉਹ ਵੀ ਮਤਲਬ ਕਿ ਜਿਹੜਾ ਸੀ ਵੱਧ ਜਾਂਦਾ ਹੈ, ਜਿਹਦੀ ਵਜ੍ਹਾ ਦੇ ਨਾਲ ਜਿਹੜਾ ਸੀ ਇੱਕ ਤੇ ਫਾਰਮਰ ਨੂੰ ਵੀ ਫਾਇਦਾ ਹੁੰਦਾ, ਪਾਲਣ ਵਾਲੇ ਨੂੰ ਵੀ, ਔਰ ਦੂਸਰਾ ਕੁਰਬਾਨੀ ਦੇਣ ਵਾਲੇ ਦਾ ਵੀ ਦਿਲ ਖੁਸ਼ ਹੁੰਦਾ ਹੈ ਔਰ ਉਹਦੀ ਵੀ ਜਿਹੜੀ ਅਕੀਦਤ ਹੈ ਜਾਂ ਮਤਲਬ ਉਸ ਦੇ ਮੁਤਾਬਕ ਜਿਹੜਾ ਹੈ ਨਾ ਜੀ ਕਿ ਉਹ ਕੁਰਬਾਨੀ ਦਾ ਸਹੀ हक अदा हो जाता है। डॉक्टर साहब, मेरी गुजारिश है कि ये आप जरा बताएं मेरे सामीन को कि हम जानवरों को फरवा आम तौर पे भी करते हैं, कट्टों को फरवा भी करते हैं। कुर्बानी के जानवरों का इकोनॉमिक सेंस मतलब मईशत के लिहाज से आपका क्या ख्याल है कि जो कुर्बानी के जानवर पाल कर आगे फरोख्त करते हैं उनको पैसे ज्यादा मिलते हैं? जी आप साहब, जिस तरह ਤੁਸੀਂ ਫਰਮਾਇਆ ਹੈ ਕਿ ਕੁਰਬਾਨੀ ਕਿਉਂਕਿ ਇੱਕ ਸਾਡਾ ਅਕੀਦਤ ਹੈ, ਅਕੀਦਤ ਦੇ ਵਿੱਚ ਆ ਕੇ ਜਿਹੜਾ ਚੀਜ਼ ਖੂਬਸੂਰਤੀ ਦੇਖੀ ਜਾਂਦੀ ਹੈ। ਦੂਸਰਾ ਇਹ ਹੈ ਕਿ ਜਿਹੜਾ ਸੀਗਾ ਉਹਦੇ ਨਾਲ ਅਫੀਲੀਏਸ਼ਨ ਹੁੰਦੀ ਹੈ ਸਾਡੀ ਇੱਕ ਜਾਨਵਰ ਦੇ ਨਾਲ, ਔਰ ਅਫੀਲੀਏਸ਼ਨ ਉਸੇ ਚੀਜ਼ ਨਾਲ ਹੁੰਦੀ ਹੈ ਜਿਹੜੀ ਖੂਬਸੂਰਤ ਹੋਵੇ, ਜਿਹੜੀ ਸਿਹਤਮੰਦ ਹੋਵੇ। ਔਰ ਇਹ ਜਾਨਵਰ ਕਿਉਂਕਿ ਕੁਰਬਾਨੀ ਦੇ ਜਿੰਨੇ ਜਾਨਵਰ ਹੁੰਦੇ ਨੇ ਸਿਹਤਮੰਦ ਤੋਂ ਸਿਹਤਮੰਦ ਮਤਲਬ ਕਿ ਉਹ ਦੇਖੇ ਜਾਂਦੇ ਤੇ ਇਸ ਕਰਕੇ ਜਿਹੜੇ ਪਾਲਣ ਵਾਲੇ ਵੀ ਲੋਕ ਹੁੰਦੇ ਨੇ ਉਹ ਵੀ ਸ਼ੌਕ ਦੇ ਨਾਲ ਪਾਲਦੇ ਨੇ। ਤੇ ਹੁਣ ਕਿਉਂਕਿ ਖਾਸ ਤੌਰ ਤੇ ਮੈਂ ਬੱਚਿਆਂ ਦੇ ਬਾਰੇ ਚ ਜ਼ਿਕਰ ਕਰਾਂਗਾ, ਕਿਉਂਕਿ ਕੁਰਬਾਨੀ ਤੇ ਆਮ ਲੋਕ ਕੱਟਾ ਤੇ ਨਹੀਂ ਦਿੰਦੇ ਹੈਗੇ, ਜ਼ਿਆਦਾ ਲੋਕ ਦਿੰਦੇ ਨੇ ਬਛੜੇ ਜਿਹੜੇ ਨੇ। ਤੇ ਬਛੜੇ ਜਿਹੜੇ ਆ ਨਾ ਜੀ ਕਿ ਇਹਨਾਂ ਦਾ ਇੱਕ ਤੇ ਗਰੋਥ ਰੇਟ ਜਿਹੜਾ ਜ਼ਿਆਦਾ ਹੁੰਦਾ, ਦੂਸਰਾ ਇਹਦੀ ਖੂਬਸੂਰਤੀ ਬਿਹਤਰ ਹੁੰਦੀ ਹੈ। ਇਸ ਕਰਕੇ ਲੋਕ ਇਹਨਾਂ ਨੂੰ ਪਾਲ ਕੇ ਸ਼ੌਕ ਦੇ ਨਾਲ ਜਿਹੜਾ ਹੈ ਨਾ ਜੀ ਕਿ ਕੁਰਬਾਨੀ ਤੇ ਸੇਲ ਕਰਦੇ ਨੇ ਕਿ ਉਹ ਪੈਸੇ ਇਸ ਕਰਕੇ ਕਿ ਸੋਹਣੀ ਚੀਜ਼ ਦੀ ਜਿਹੜੀ ਹੈ ਨਾ ਜੀ ਕੀਮਤ ਜਿਹੜੀ ਹੈ ਨਾ ਜੀ ਉਹ ਗੋਸ਼ਤ ਦੇ ਹਿਸਾਬ ਨਾਲ ਨਹੀਂ ਕੀਤੀ ਜਾਂਦੀ, ਉਹਦੀ ਖੂਬਸੂਰਤੀ ਦੇ ਨਾਲ ਔਰ ਉਹਦਾ ਜਿਹੜਾ ਹੈ ਨਾ ਜੀ ਕਿ ਵਜ਼ਨ ਦੇ ਹਿਸਾਬ ਦੇ ਨਾਲ ਜਿਹੜਾ ਸੀ ਕੀਤੀ ਜਾਂਦੀ ਹੈ। ਔਰ ਦੂਸਰਾ ਹੈ ਕਿ ਉਹਦੀ ਨਸਲ ਦੇ ਨਾਲ, ਜਿਹਦੀ ਹਮੇਸ਼ਾ ਜਾਨਵਰ ਦੀ ਜਿਹੜੀ ਖੂਬਸੂਰਤੀ ਹੈ ਨਾ ਜੀ ਕਿ ਉਹ ਨਸਲ ਦੇ ਨਾਲ ਹੁੰਦੀ ਹੈ। ਤੇ ਉਹ ਵੀ ਮੈਂ ਤੁਹਾਨੂੰ ਦੱਸਾਂਗਾ ਕਿ ਕਿਹੜੀ ਨਸਲ ਦੇ ਜਾਨਵਰ ਲੈਣੇ ਨੇ ਔਰ ਕਿੰਨੀ ਦੇਰ ਅਸੀਂ ਰੱਖਣਾ ਹੈ ਔਰ ਉਹਨੂੰ ਖੁਰਾਕ ਕੀ ਪਾਣੀ ਹੈ, ਫਿਰ ਸੇਲ ਕਿੱਥੇ ਕਰਨੀ। ਡਾਕਟਰ ਸਾਹਿਬ, ਤੁਸੀਂ ਬਹੁਤ ਪਿਆਰੀ ਗੱਲ ਕੀਤੀ ਹੈ ਕਿ ਬੰਦਾ ਪਾਲਣ ਵਾਲਾ ਜਿਹੜਾ ਹੈ ਉਹ ਵੀ ਮੁਹੱਬਤ ਨਾਲ ਪਾਲਦਾ ਹੈ, ਕਿਉਂਕਿ ਜਾਨਵਰ ਨੇ ਕੁਰਬਾਨ ਹੋਣਾ ਹੈ। ਔਰ ਜਿਸ ਵੇਲੇ ਮਾਰਕੀਟ ਹੀ ਜਾਂਦਾ ਹੈ ਖੂਬਸੂਰਤੀ ਔਰ ਉਹਦੀ ਹਾਲਤ ਨੂੰ ਵੇਖ ਕੇ ਖਰੀਦਣ ਵਾਲਾ ਵੀ ਪੈਸਿਆਂ ਦਾ ਹਿਸਾਬ ਨਹੀਂ ਕਰਦਾ ਜੀ। ਇਹਦਾ ਮਤਲਬ ਇਹ ਨਤੀਜਤਨ ਕਿ ਕਿਸਾਨ ਦੇ ਘਰ, ਪਾਲਣ ਵਾਲੇ ਦੇ ਘਰ
ਪੈਸੇ ਜ਼ਿਆਦਾ ਜਾਂਦੇ ਨੇ ਮਾਰਕੀਟ ਦੇ ਮੁਕਾਬਲੇ ਵਿੱਚ। ਜੀ ਔਰ ਮੈਨੂੰ ਇੱਕ ਸ਼ੇਰ याद आ रहा और वो बिल्कुल ਤੁਹਾਡੀ ਗੱਲ ਦੀ ਤਾਇਦ ਕਰਦਾ है। वो ये वे कि दिल के बाजार में चीज़ें नहीं रखी जाती और माल अच्छा हो तो फिर कीमत नहीं पूछी जाती। तो ये बात आपकी बिल्कुल दुरुस्त है। अब मेरा दूसरा सवाल आपसे ये है कि ये वक्त भी सही है, तो ये जानवर कौन कौन सी नस्ल के जानवर हैं जो मार्केट के अंदर ज्यादा मकबूल होते हैं और उनके लोग ज्यादा पैसे देने के लिए तैयार होते हैं? ਉਹ ਇਹ ਆ ਕਿ ਇੱਕ ਤੇ ਵੱਛਿਆਂ ਦੀਆਂ ਜਿਹੜੀਆਂ ਨੇ ਜੀ 3 ਨਸਲਾਂ ਨੇ ਜਿਹੜੀਆਂ ਅਸੀਂ ਕੁਰਬਾਨੀ ਵਾਸਤੇ ਜਿਹੜਾ ਲੋਕ ਜ਼ਿਆਦਾ ਪਸੰਦ ਕਰਦੇ ਨੇ ਉਸ। ਔਰ ਦੂਸਰਾ ਇਹ ਆ ਕਿ ਇਹਨਾਂ ਨਸਲਾਂ ਦਾ ਜਿਹੜਾ ਹੈ ਨਾ ਜੀ ਕਿ ਗੋ ਬਲੌਤਰੀ ਦਾ ਜਿਹੜਾ ਰੇਸ਼ੋ ਹੈ ਨਾ ਜੀ ਕਿ ਉਹ ਜ਼ਿਆਦਾ ਹੁੰਦੀ ਹੈ ਦੂਸਰੀਆਂ ਨਸਲਾਂ ਦੀ ਨਿਸਬਤ ਜਿਹੜਾ ਸੀ। ਅੱਛਾ, ਉਹ ਕਿਹੜੀਆਂ ਨਸਲਾਂ ਨੇ? ਨੰਬਰ 1 ਤੇ ਸਾਹੀਵਾਲ ਨਸਲ ਸਾਡੀ ਆਪਣੀ ਨਸਲ ਹੈ, ਪਾਕਿਸਤਾਨ ਦੀ ਬਿਹਤਰੀਨ ਨਸਲ ਹੈ ਸਾਹੀਵਾਲ ਦੀ, ਜੋ ਗੋਰੇ ਰੰਗ ਦੇ ਜਾਨਵਰ ਹੁੰਦੇ ਨੇ। ਦੂਸਰੀ ਸਾਡੀ ਚੋਲਸਤਾਨੀ ਨਸਲ ਹੈ, ਉਸ ਨੂੰ ਚੋਲਸਤਾਨ ਦੇ ਹਵਾਲੇ ਦੇ ਨਾਲ ਜਿਹੜਾ ਸੀਗਾ। ਤੀਸਰੀ ਸਾਡੀ ਨਸਲ ਹੈ ਫਰੀਜ਼ੀਅਨ ਦੇ ਨਾਲ ਕ੍ਰਾਸ, ਜਿਹੜੇ ਅਸੀਂ ਆਪਣੇ ਜਾਨਵਰ ਜਿਹੜੇ ਕ੍ਰਾਸ ਕਰਾਣੇ ਆ ਉਹ ਬਲੈਕ ਐਂਡ ਵਾਈਟ ਜਿਹੜਾ ਨਾ ਜੀ ਕਿ ਉਹ ਫਰੀਜ਼ੀਅਨ ਦੇ ਨਾਲ ਜਿਹੜਾ ਹੁੰਦਾ ਕ੍ਰਾਸ ਹੈ ਨਾ ਜੀ, ਉਹਦਾ ਕਿਉਂਕਿ ਵਜ਼ਨ ਜਿਹੜਾ ਸੀ ਬਹੁਤ ਜਲਦੀ ਵੱਧਦਾ ਹੈ ਤੇ ਇਸ ਵਜ੍ਹਾ ਦੇ ਨਾਲ ਉਹ ਜਾਨਵਰ ਸੋਹਣਾ ਵੀ ਲੱਗਦਾ ਹੈ ਔਰ ਉਹ ਜਲਦੀ ਜਵਾਨ ਹੋ ਜਾਂਦਾ, ਵਜ਼ਨ ਉਹਦਾ ਜਲਦੀ ਵੱਧਦਾ ਹੈ ਕਿਉਂਕਿ ਉਹਦਾ ਸਾਈਜ਼ ਬਹੁਤ ਬੜਾ ਹੈ। ਅੱਛਾ, ਹੁਣ ਸਵਾਲ ਇਹ ਪੈਦਾ ਹੁੰਦਾ ਕਿ ਜਾਨਵਰ ਮਿਲਦੇ ਕਿੱਥੋਂ ਨੇ? ਜਿਹੜੇ ਤੇ ਸਾਹੀਵਾਲ ਦੇ ਨਸਲ ਦੇ ਜਾਨਵਰ ਨੇ ਉਹ ਤੇ ਸਾਹੀਵਾਲ ਹੋ ਗਿਆ, ਉਹ ਕਾੜਾ ਹੋ ਗਿਆ, ਚੀਚਾ ਵਤਨੀ ਹੋ ਗਿਆ ਤੇ ਪਾਕਪਤਨ ਹੋ ਗਿਆ, ਇਹਨਾਂ ਮੰਡੀਆਂ ਦੇ ਉੱਤੋਂ ਜਾਨਵਰ ਸਾਨੂੰ ਮਿਲ ਜਾਂਦੇ ਨੇ। ਤੇ ਜਿਹੜੇ ਚੋਲਸਤਾਨ ਦੇ ਜਾਨਵਰ ਨੇ ਉਹ ਲਾਜ਼ਮੀ ਗੱਲ ਹੈ ਕਿਉਂਕਿ ਉਹ ਨਸਲ ਚੋਲਸਤਾਨ ਦੀ ਹੈ ਔਰ ਬਹਾਵਲਪੁਰ ਦੇ ਵਿੱਚ ਜਿਹੜਾ ਸੀ ਜੇ ਇਹ ਜਾਨਵਰ ਮਿਲਦੇ ਨੇ ਪਾਦੇ। ਔਰ ਇਸ ਵੇਲੇ ਜਿਹੜਾ ਨਾ ਜੀ ਕਿ ਬਹੁਤ ਅੱਛਾ ਟਾਈਮ ਹੈ ਔਰ ਸਹੀ ਰੇਟ ਤੇ ਮਿਲ ਜਾਂਦੇ ਨੇ ਕਿਉਂਕਿ ਚੋਲਸਤਾਨ ਦੇ ਵਿੱਚ ਪਾਣੀ ਖਤਮ ਹੋ ਜਾਂਦਾ, ਕੋਈ ਚਾਰਾ ਵੀ ਖਤਮ ਹੋ ਜਾਂਦਾ ਔਰ ਉਹ ਫਿਰ ਜਾਨਵਰ ਜਿਹੜੇ ਲੋਕਾਂ ਨੂੰ ਆਬਾਦੀਆਂ ਚ ਲਿਆਣੇ ਪੈਂਦੇ ਨੇ ਔਰ ਉਹਨਾਂ ਨੂੰ ਮੁੱਲ ਲੈ ਕੇ ਉਹਨਾਂ ਨੂੰ ਪੱਠੇ ਵੀ ਪਾਣੇ ਪੈਂਦੇ ਆ, ਉਹਨਾਂ ਨੂੰ ਵੰਡਾ ਵੀ ਪਾਣਾ ਪੈਂਦਾ ਔਰ ਉਹ ਕੋਸ਼ਿਸ਼ ਕਰਦੇ ਨੇ ਕਿ ਫਿਰ ਜਿਹੜੇ ਮੇਲ ਨੇ ਨਾ ਜੀ ਜਿਹੜੇ ਸੀ ਉਹਨਾਂ ਨੂੰ ਸੇਲ ਕਰ ਦਿੰਦੇ ਨੇ, ਵੱਛੜਿਆਂ ਨੂੰ ਸੇਲ ਕਰ ਦਿੰਦੇ ਔਰ ਉਹਨਾਂ ਦੀ ਇਨਕਮ ਦਾ ਜ਼ਰੀਆ ਹੀ ਸਭ ਤੋਂ ਬੜਾ ਇਹ ਹੈ ਚੋਲਸਤਾਨੀ ਲੋਕਾਂ ਦਾ ਜਿਹੜਾ ਸੀ ਕਿ ਫੀਮੇਲ ਰੱਖ ਲੈਂਦੇ ਨੇ ਜਿਹੜੀਆਂ ਮਤਲਬ ਕਿ ਗਾਈਆਂ ਨੇ ਜਾਂ ਵਹਿੜੀਆਂ ਨੇ, ਲੇਕਿਨ ਜਿਹੜੇ ਵਹਿੜੇ ਹੁੰਦੇ ਨੇ ਉਹਨਾਂ ਨੂੰ ਉਹ ਵੇਚ ਦਿੰਦੇ ਨੇ। ਇਸ ਕਰਕੇ ਇਸ ਵਕਤ ਸਹੀ ਰੇਟ ਤੇ ਮਿਲ ਜਾਂਦਾ। ਬਹਾਵਲਪੁਰ ਚ ਮੰਡੀ ਲੱਗਦੀ ਏ, ਉੱਚ ਸ਼ਰੀਫ ਮੰਡੀ ਲੱਗਦੀ ਏ, ਇਸੇ ਤਰੀਕੇ ਦੇ ਨਾਲ ਜਿਹੜਾ ਹੈ ਨਾ ਜੀ ਕਿ ਉਹ ਲੋਧਰਾਂ ਦੇ ਵਿੱਚ ਮੰਡੀ ਲੱਗਦੀ ਹੈ, ਉੱਥੇ ਜਾਨਵਰ ਬੜੇ ਹੁੰਦੇ ਨੇ ਤੇ ਉੱਥੋਂ ਤੁਸੀਂ ਖਰੀਦ ਸਕਦੇ ਹੋ ਔਰ ਸਹੀ ਰੇਟ ਤੇ ਅੱਜ ਕੱਲ੍ਹ ਮਿਲ ਜਾਂਦੇ ਨੇ। ਅੱਛਾ, ਹੁਣ ਇਹ ਆ ਕਿ ਕਿੱਡਾ ਕੁ ਜਾਨਵਰ ਲੈਣਾ ਚਾਹੀਦਾ, ਸਵਾਲ ਇਹ ਪੈਦਾ ਹੁੰਦਾ ਤੇ ਸਭ ਤੋਂ ਵੱਧ ਜ਼ਰੂਰੀ ਚੀਜ਼ ਇਹ ਆ ਕਿ ਖਰੀਦਣ ਲੱਗਿਆ ਤੁਸੀਂ ਕਮ ਅਜ਼ ਕਮ ਜਿਹਦੇ 2 ਚੀਜ਼ਾਂ ਕੁਰਬਾਨੀ ਵਾਸਤੇ ਬੜੀਆਂ ਦੇਖੀ ਜਾਂਦੀਆਂ ਨੇ ਕਿਉਂਕਿ ਇੱਕ 2 ਸਾਲ ਦਾ, ਪਹਿਲੀ ਤਾਂ ਗੱਲ ਹੈ ਕਿ 2 ਸਾਲ ਦਾ ਹੋਣਾ ਚਾਹੀਦਾ ਤੇ ਲਾਜ਼ਮੀ ਹਾਂ ਅਸੀਂ 2 ਸਾਲ ਤੋਂ ਘੱਟ ਨਹੀਂ ਲੈਣਾ। ਹਾਂ, ਅਲਬੱਤਾ 3 ਮਹੀਨੇ ਅਗਰ ਰਹਿੰਦੇ, 4 ਮਹੀਨੇ ਰਹਿੰਦੇ ਨੇ ਹਲੇ ਤੇ ਤੁਸੀਂ ਪੌਣੇ 2 ਸਾਲ ਦਾ ਵੀ ਲੈ ਸਕਦੇ ਹੋ। ਅਗਰ ਤੁਸੀਂ 2 ਮਹੀਨੇ ਬਾਅਦ ਖਰੀਦੋਗੇ ਫਿਰ ਤੁਸੀਂ 2 ਸਾਲ ਤੋਂ ਘੱਟ ਨਹੀਂ ਲੈਣਾ, 2 ਸਾਲ ਤੋਂ ਲੈ ਕੇ 2.25 ਸਾਲ ਦਾ ਲੈਣਾ ਕਿਉਂਕਿ ਦੋਂਦਾ ਹੋਣਾ ਜ਼ਰੂਰੀ ਹੁੰਦਾ ਕੁਰਬਾਨੀ ਵਾਸਤੇ। ਅੱਛਾ, ਤੇ ਉਹ ਹੁਣ ਲਾਜ਼ਮੀ ਗੱਲ ਹੈ ਕਿ ਜਿਹੜਾ ਦੋਂਦਾ ਔਰ ਦੂਸਰਾ ਉਹਦਾ ਵਜ਼ਨ ਕਿੰਨਾ ਹੋਣਾ ਚਾਹੀਦਾ। ਇੱਕ ਤੇ ਉਹਦੀ ਉਮਰ 2 ਸਾਲ ਦੀ ਹੋਵੇ, 2 ਸਾਲ ਦੀ ਹੋਵੇ, ਪੌਣੇ 2 ਸਾਲ ਤੋਂ ਲੈ ਕੇ 2.25 ਸਾਲ ਤੱਕ। ਔਰ ਦੂਸਰਾ ਇਹ ਆ ਕਿ ਉਹਦਾ ਜਿਹੜਾ ਵਜ਼ਨ ਹੈ ਕਮ ਅਜ਼ ਕਮ 150 ਕਿਲੋ ਹੋਣਾ ਚਾਹੀਦਾ। ਠੀਕ ਹੈ, 150 ਤੋਂ ਲੈ ਕੇ 200 ਤੱਕ। ਔਰ 150 ਦਾ ਤੁਸੀਂ ਖਰੀਦੋਗੇ ਤੇ ਫਿਰ ਉਹਨੂੰ ਤੁਸੀਂ 4 ਮਹੀਨੇ 90 ਦਿਨ ਤੋਂ ਲੈ ਕੇ 120 ਦਿਨ ਤੱਕ ਰੱਖਣਾ ਹੈ ਔਰ ਇਸ ਦੌਰਾਨ ਦੇ ਵਿੱਚ ਉਹਦਾ ਵਜ਼ਨ ਜਿਹੜਾ ਸੀਗਾ ਡਬਲ ਹੋ ਜਾਂਦਾ। ਔਰ ਕਿਉਂਕਿ ਇਸ ਨਸਲ ਦਾ ਜਿਹੜਾ ਨਾ ਜੀ ਕਿ ਜੋ ਚੋਲਸਤਾਨੀ ਨਸਲ ਮੈਂ ਦੱਸੀਆਂ ਜਿਹੜੀਆਂ 3 ਨਸਲਾਂ, ਇਹਨਾਂ ਦਾ ਜਿਹੜਾ बढ़ोतरी ਦਾ रेशो है वो बहुत ज़्यादा। डॉक्टर साहब, ये आपने बड़ी प्यारी बात कही है कि देखें ये चोलिस्तान में इस वक्त कहत की सी कैफियत है, बारिशें कम हुई हैं और लोग इस ज़माने के अंदर अपने जानवरों को लेकर बाहर आ जाते हैं और वहाँ पर वो फ्री चराई के रोड के किनारे इस किस्म की जगहों पर अब यहाँ पर आकर उनको जिंदा रखने के लिए उन्हें वंडा और दूसरी चीजें खिलानी पड़ती हैं जो वो अफोर्ड नहीं कर सकते। गायों के लिए, फीमेल्स के लिए तो ठीक है, लिहाजा वो जान छुड़वाते हैं उनको बेचकर बछड़ों को। और ये बेहतरीन टाइम है सस्ते जानवर खरीदने के लिए हमारे जानवर पाल, मवेशी पाल भाइयों के लिए जो कुर्बानी के लिए जानवरों को मोटा करना चाहते हैं। अब मुझे आप ये बताइए कोई नुस्खा, कोई हकीम लुकमानी वाला नुस्खा, क्योंकि आपकी 35 साल की तो जिंदगी प्रैक्टिकल आपकी गुजरी है इसी दस्त की सयाही के अंदर, क्या वो खिलाएं कि उनके जानवर 1 किलोग्राम वेट गेन करके वो जो आपने टारगेट बताया है कि 120 किलोग्राम वजन उसमें ऐड होना चाहिए, कम से कम 100 किलोग्राम और 120 तक ये जो ऐड होगा उसके लिए इकोनॉमिकल खुराक कि मेरा जिसे कहते हैं आम के आम और गुठलियों के दाम, वो जरा अपने तजर्बे की रोशनी में मेरे किसान भाइयों को आगाह फरमाएं। ਹਾਫਿਜ਼ ਸਾਹਿਬ, ਇਹ ਵੱਡੇ ਜਾਨਵਰਾਂ ਦਾ ਜਾਂ ਵੱਛਿਆਂ ਦੀ ਜਾਂ ਵਹਿੜੀਆਂ ਦੀ, ਗਾਈਆਂ ਦੀ ਜਿਹੜੀ ਖੁਰਾਕ ਹੈ ਨਾ ਜੀ ਕਿ ਉਹ 2 ਤਰ੍ਹਾਂ ਦੀ ਖੁਰਾਕ ਹੁੰਦੀ। ਇੱਕ ਨੰਬਰ ਤੇ ਜਿਹੜਾ ਅਸੀਂ ਵੰਡਾ ਅਸੀਂ ਉਹਨਾਂ ਨੂੰ ਪਾਣਾ ਹੈ ਤੇ ਦੂਸਰੇ ਨੰਬਰ ਤੇ ਉਹਨੂੰ ਅਸੀਂ
ਚਾਰਾ, ਸਬਜ਼ ਚਾਰਾ ਇਹ ਜਾਨਵਰ ਦੀ ਜਿਹੜੀ ਹੈ ਨਾ ਜੀ ਬੁਨਿਆਦੀ ਖੁਰਾਕ ਹੈ। ਅੱਛਾ, ਵੰਡਾ ਜਿਹੜਾ ਅਸੀਂ ਉਹਨੂੰ ਪਾਣਾ ਹੈ ਜਾਨਵਰ ਨੂੰ, ਉਹਦੇ ਵਿੱਚ ਉਹ ਅਸੀਂ ਉਹਨੂੰ ਪਾਣਾ ਵਜ਼ਨ ਦੇ ਲਿਹਾਜ਼ ਦੇ ਨਾਲ। ਅਗਰ ਉਸ ਜਾਨਵਰ ਦਾ ਵਜ਼ਨ 150 ਕਿਲੋ ਜਾਂ 200 kg ਹੈ ਫਰਜ਼ ਕਰੇ, ਤੇ ਉਸ ਨੂੰ ਕਮ ਅਜ਼ ਕਮ ਵੀ ਜਿਹੜਾ 3 ਕਿਲੋ ਵੰਡਾ ਪਾਣਾ ਚਾਹੀਦਾ ਰੋਜ਼ਾਨਾ ਦਾ ਜਿਹੜਾ ਸੀ। ਔਰ ਉਹਨੂੰ 2 ਦਫਾ ਕਰ ਲਓ, ਅੱਧਾ ਸੁਬਾਹ ਪਾ ਦਿਓ, ਅੱਧਾ ਸ਼ਾਮ ਪਾ ਦਿਓ, ਜ਼ਿਆਦਾ ਬਿਹਤਰ ਹੈ। ਤੇ ਨਹੀਂ ਤੇ 1 ਦਫਾ ਵੀ ਤੁਸੀਂ ਉਹਨੂੰ ਪਾ ਸਕਦੇ ਹੋਗੇ। ਔਰ ਉਹਦੇ ਵਿੱਚ ਅਗਰ ਮਿੱਠਾ ਸੋਡਾ ਮਿਕਸ ਕਰ ਦਿੱਤਾ ਜਾਵੇ, ਵਾਹ ਵਾਹ ਵਾਹ, ਮਿੱਠਾ ਸੋਡਾ ਮਿਕਸ ਕਰ ਦਿੱਤਾ ਜਾਵੇ, ਔਰ ਉਹਦੀ ਜਿਹੜੀ ਰੇਸ਼ੋ ਹੈ ਨਾ ਜੀ, ਉਹ 100 ਕਿਲੋ, ਉਹ ਅਗਰ ਵੰਡਾ ਤੁਸੀਂ ਲੈਨੇ ਅਸੀਂ ਸਾਰੇ ਜਾਨਵਰਾਂ ਵਾਸਤੇ, ਤੇ 100 ਕਿਲੋ ਦੇ ਵਿੱਚ ਜਿਹੜਾ ਨਾ ਜੀ 2.5 ਕਿਲੋ ਮਿੱਠਾ ਸੋਡਾ ਪਏਗਾ। ਇਸ ਰੇਸ਼ੋ ਦੇ ਨਾਲ ਉਸ ਨੂੰ ਤੁਸੀਂ ਉਹਦੇ ਵਿੱਚ ਮਿਕਸ ਕਰਨਾ ਹੈ ਕਿ ਜਿਹੜਾ ਸੀ। ਸਰ, ਮਿੱਠਾ ਸੋਡਾ ਤੁਸੀਂ ਇਤਨੀ ਪਿਆਰੀ ਗੱਲ ਕੀਤੀ ਹੈ ਜਿਹੜੀ ਆਮ ਤੌਰ ਤੇ ਅਸੀਂ ਨਹੀਂ ਸੁਣਦੇ। ਐਸੇ ਚਲਦੇ ਚਲਾਉਂਦੇ ਤੇ ਲੋਕੀ ਗੱਲ ਕਰਦੇ ਨੇ, ਲੇਕਿਨ ਅੱਜ ਤੁਸੀਂ ਦੱਸਿਆ ਕਿ ਜਾਨਵਰਾਂ ਨੂੰ ਮੋਟਾ ਅਗਰ ਕਰਨਾ ਹੋਵੇ ਤੇ ਮਿੱਠਾ ਸੋਡਾ ਤੁਹਾਨੂੰ 2.5% ਦੇ ਹਿਸਾਬ ਨਾਲ ਜ਼ਰੂਰ ਪਾਣਾ ਚਾਹੀਦਾ ਹੈ ਜੀ। ਮੇਰੇ ਕਿਸਾਨ ਭਾਈਆਂ ਨੂੰ ਦੱਸੋਗੇ ਕਿ ਮਿੱਠੇ ਸੋਡੇ ਦਾ ਰੋਲ ਕੀ ਹੈ? ਬਹੁਤ ਅੱਛਾ ਸਵਾਲ ਕੀਤਾ ਹਾਫਿਜ਼ ਸਾਹਿਬ ਤੁਸੀਂ, ਕਿ ਮਿੱਠਾ ਸੋਡਾ ਜਿਹੜਾ ਨਾ ਜੀ, ਕਿ ਇਹਦੇ 2 ਫਾਇਦੇ ਨੇ। ਇੱਕ ਤੇ ਇਹ ਆ ਕਿ ਜਾਨਵਰ ਦਾ ਹਾਜ਼ਮੇ ਵਾਸਤੇ ਮਿੱਠਾ ਸੋਡਾ ਤੁਸੀਂ ਦੇਖਿਆ ਹੋਣਾ, ਇਵਨ ਕਿ ਪੁਰਾਣੀਆਂ ਔਰਤਾਂ ਹੁੰਦੀਆਂ ਸੀ, ਉਹ ਆਟੇ ਆਪੇ ਗੁੰਨਣ ਲੱਗੀਆਂ ਵੀ ਵਿੱਚ ਥੋੜਾ ਜਿਹਾ ਮਿੱਠਾ ਸੋਡਾ ਪਾ ਲੈਂਦੀਆਂ ਹੁੰਦੀਆਂ ਸਨ, ਕਿ ਰੋਟ ਖਾਣਾ ਜਿਹੜਾ ਨਾ ਸਹੀ ਤਰੀਕੇ ਨਾਲ ਹਜ਼ਮ ਹੋ ਜਾਂਦਾ ਮਿੱਠੇ ਸੋਡੇ ਨਾਲ। ਫਰਮੈਂਟੇਸ਼ਨ ਹੁੰਦੀ ਹੈ, ਫਰਮੈਂਟੇਸ਼ਨ ਦੇ ਨਾਲ ਜਿਹੜਾ ਨਾ ਜੀ ਕਿ ਖਾਣਾ ਜਲਦੀ ਹਜ਼ਮ ਹੋ ਜਾਂਦਾ। ਅੱਛਾ, ਦੂਸਰਾ ਕਿ ਜਾਨਵਰਾਂ ਵਾਸਤੇ ਖਾਸ ਤੌਰ ਤੇ ਜਿਹੜੇ ਜਗਾਲੀ ਕਰਨ ਵਾਲੇ ਜਾਨਵਰ ਨੇ, ਇਸ ਉਹਦੇ ਅਗਰ ਵੰਡੇ ਦੇ ਵਿੱਚ ਅਸੀਂ ਮਿੱਠਾ ਸੋਡਾ ਪਾ ਦਿੱਤਾ ਜਾਵੇ, ਇੱਕ ਤੇ ਉਹ ਚਾਰਾ ਜਿਹੜਾ ਸੀ ਹਜ਼ਮ ਜਲਦੀ ਕਰੇਗਾ, ਔਰ ਉਹਨਾਂ ਚਾਰਾ ਜ਼ਿਆਦਾ ਖਾਏਗਾ, ਔਰ ਇਸੇ ਤਰ੍ਹਾਂ ਫਿਰ ਉਹਨੂੰ ਪਿਆਸ ਲੱਗੇਗੀ, ਉਹਨਾਂ ਪਾਣੀ ਜ਼ਿਆਦਾ ਪੀਏਗਾ। ਜਿੰਨਾ ਪਾਣੀ ਜ਼ਿਆਦਾ ਪੀਏਗਾ ਉਨੀ ਉਹਦੀ ਬੜੋਤਰੀ ਜ਼ਿਆਦਾ ਹੋਏਗੀ। ਔਰ ਇਹ ਤਜਰਬੇ ਦੇ ਨਾਲ ਬਕਾਇਦਾ ਯੂਨੀਵਰਸਿਟੀ ਦੀ ਫੈਸਲਾਬਾਦ ਦੇ ਵਿੱਚ ਤਜਰਬਾ ਕੀਤਾ ਗਿਆ ਸੀ ਕਿ ਜਿਹੜੇ ਜਾਨਵਰਾਂ ਨੂੰ ਮਿੱਠਾ ਸੋਡਾ ਪਾਇਆ ਗਿਆ, ਉਹਨਾਂ ਦਾ ਜਿਹੜਾ ਵਜ਼ਨ ਕਰਨ ਦੀ ਜਿਹੜੀ ਰੇਸ਼ੋ ਹੈ ਨਾ ਜੀ, ਉਹ ਨਹੀਂ ਸੀ ਪਾਇਆ ਗਿਆ, ਉਹਦੇ ਨਾਲੋਂ ਤਕਰੀਬਨ ਡਬਲ ਸੀ। ਜਿਹੜਾ ਮਿੱਠੇ ਸੋਡੇ ਤੋਂ ਬਗੈਰ ਜਿਹੜਾ ਨਾ ਜੀ 500 kg ਰੋਜ਼ਾਨਾ ਦਾ 500 ਗ੍ਰਾਮ ਰੋਜ਼ਾਨਾ ਦਾ ਵਜ਼ਨ ਹੋ ਰਿਹਾ, ਤੇ ਜਿਹੜਾ ਮਿੱਠੇ ਸੋਡੇ ਵਾਲਾ ਵੰਡਾ ਸੀ ਨਾ, ਤੇ ਉਹਦੇ ਨਾਲ 1 ਕਿਲੋ ਜਿਹੜਾ 1000 ਗ੍ਰਾਮ ਰੋਜ਼ਾਨਾ ਦੀ ਜਿਹੜੀ ਬੜੋਤਰੀ ਹੋ ਰਹੀ ਹੈ। ਔਰ ਉਸ ਦੇ ਕਰਕੇ ਵੰਡਾ ਜਿਹੜਾ ਨਾ ਜੀ, ਇਹ ਮਿੱਠਾ ਸੋਡਾ ਪਾਣਾ ਬਹੁਤ ਜ਼ਰੂਰੀ ਹੈ। ਇੱਕ ਵੰਡੇ ਦੇ ਵਿੱਚ ਪਾ ਲਿਆ ਜਾਵੇ ਤੇ ਇਹਦੇ ਨਾਲ ਜਾਨਵਰ ਜ਼ਿਆਦਾ ਖਾਂਦਾ ਵੀ ਹੈ, ਪਾਣੀ ਵੀ ਜ਼ਿਆਦਾ ਪੀਂਦਾ, ਔਰ ਉਹਦਾ ਹਾਜ਼ਮਾ ਵੀ ਠੀਕ ਰਹਿੰਦਾ। ਹੁਣ ਡਾਕਟਰ ਸਾਹਿਬ, ਮੈਂ ਤੁਸੀਂ ਬੜੀ ਗੱਲ ਦੱਸੀ ਹੈ ਕਿ ਬਿਹਤਰੀਨ ਮੌਕਾ ਹੈ ਖਰੀਦਣ ਦਾ। ਫਿਰ ਤੁਸੀਂ ਫਰਮਾਇਆ ਕਿ ਕਿਹੜੀ ਉਮਰ ਦੇ ਜਾਨਵਰ ਨੂੰ, ਕਿਤਨੇ ਵਜ਼ਨ ਨੂੰ ਖਰੀਦਣਾ ਚਾਹੀਦਾ ਹੈ। ਫਿਰ ਤੁਸੀਂ ਇਹ ਵੀ ਫਰਮਾਇਆ ਇਹਦਾ ਟਾਰਗੇਟ ਕੀ ਹੈ। ਟਾਰਗੇਟ ਤੁਸੀਂ ਦੱਸਿਆ ਕਿ 100 ਕਿਲੋਗ੍ਰਾਮ ਤੋਂ 120 ਕਿਲੋਗ੍ਰਾਮ ਹੋਣਾ ਚਾਹੀਦਾ ਹੈ। ਫਿਰ ਤੁਸੀਂ ਖੁਰਾਕ ਦਾ ਵੀ ਦੱਸਿਆ ਕਿ ਭਰਵਾਂ ਪੇਟ ਜੀ, ਤੇ ਨਾਲ ਭੁੱਲਣਾ ਨਿਗਾ ਮਿੱਠਾ ਸੋਡਾ ਜੀ। ਹੁਣ ਮੈਨੂੰ ਦੱਸੋ ਕਿ ਇਹ ਪੀਰੀਅਡ ਹੈ 4 ਤੋਂ 4.5 ਮਹੀਨੇ ਦਾ। ਅਗਰ ਮੇਰਾ ਜਾਨਵਰ ਕੋਈ ਬਿਮਾਰੀ ਦਾ ਲਪੇਟੇ 'ਚ ਆ ਗਿਆ ਤੇ ਇਹਦਾ ਮਤਲਬ ਹੈ ਕਿ ਉਹਦਾ ਤਾਂ ਵਜ਼ਨ ਵੀ ਗਿਆ ਤੇ ਸ਼ਾਇਦ ਜਾਨਵਰ ਵੀ ਗਿਆ। उसका क्या तरीका है उसकी रोकथाम का? ਇਹ ਛੋਟੇ ਜ਼ਿਮੀਂਦਾਰਾਂ ਵਾਸਤੇ, ਛੋਟੇ ਕਿਸਾਨਾਂ ਵਾਸਤੇ ਬਹੁਤ ਅੱਛਾ ਕਾਰੋਬਾਰ, ਕਿਉਂਕਿ ਥੋੜੇ ਪੈਸੇ ਨਾਲ ਇੱਕ ਜਿੰਨੀ ਤੁਹਾਡੇ 'ਚ ਹਿੰਮਤ ਹੈ 2 ਖਰੀਦ ਸਕਦੇ ਹੋ, 4 ਖਰੀਦ ਸਕਦੇ ਹੋ, 10 ਖਰੀਦ ਸਕਦੇ ਹੋ, 50 ਖਰੀਦ ਸਕਦੇ ਹੋ। ਹਰ ਬੰਦਾ ਕਰ ਸਕਦਾ ਆਪਣੀ ਕਪੈਸਿਟੀ ਦੇ ਮੁਤਾਬਕ ਜਿਹੜਾ ਸੀ। ਅੱਛਾ, ਤੇ ਉਹ ਜਾਨਵਰ ਖਰੀਦਣ ਤੋਂ ਬਾਅਦ ਔਰ ਫਿਰ ਦੂਸਰਾ ਇਹਨਾਂ ਦਾ ਇਲਾਜ ਮਾਲਜਾ ਬੜਾ ਹੀ ਆਸਾਨ ਹੈ। ਆਮ ਤੌਰ ਤੇ ਕੋਈ ਐਸੀਆਂ ਬਿਮਾਰੀਆਂ ਨਹੀਂ ਹੁੰਦੀਆਂ ਜਿਹੜੀਆਂ ਇਸ ਉਮਰ ਦੇ ਵਿੱਚ, ਕਿਉਂਕਿ ਬੜੀ ਉਮਰ ਜਿਹੜੀ ਹੈ ਨਾ ਜੀ, ਇੱਕ ਮਤਲਬ ਕਿ ਜਿਹੜਾ ਸੀਗਾ ਜਵਾਨੀ ਦੀ ਉਮਰ ਹੁੰਦੀ ਹੈ ਜਾਂ ਬਚਪਨ ਦੀ ਉਮਰ ਹੁੰਦੀ ਹੈ, ਤੇ ਬਿਮਾਰੀਆਂ ਘੱਟ ਹੁੰਦੀਆਂ ਨੇ। ਇੱਕ ਤੇ ਉਹਨਾਂ ਨੂੰ ਵੈਕਸੀਨ ਕਰਨੀ ਹੈ, ਕਿਉਂਕਿ ਅਗਲਾ ਜਿਹੜਾ ਮੌਸਮ ਆ ਰਿਹਾ ਨਾ ਜੀ, ਕਿ ਇਹ ਆ ਰਿਹਾ ਮੂੰਹ ਖੁਰ ਦਾ। ਮਾਰਚ ਅਪ੍ਰੈਲ ਦਾ ਜਿਹੜਾ ਮਹੀਨਾ ਹੈ ਨਾ ਜੀ, ਇਹ ਮੂੰਹ ਖੁਰ ਦੀ ਬਿਮਾਰੀ ਦਾ ਮਹੀਨਾ। ਅੱਛਾ, ਇਹਨਾਂ ਨੂੰ ਮੂੰਹ ਖੁਰ ਦੀ ਵੈਕਸੀਨ ਕਰਨੀ ਹੈ, ਔਰ ਦੂਸਰਾ ਇਹਨਾਂ ਦੀ ਡਿਵਰਮਿੰਗ ਕਰਨੀ ਹੈ। ਜਿਹੜੇ ਉਹ ਕੀੜੇ ਹੁੰਦੇ ਨੇ ਅੰਦਰ, ਕਿਉਂਕਿ ਜਾਨਵਰ ਜੋ ਚਾਹ ਕਹਿੰਦੇ ਨੇ, ਖਾਸ ਤੌਰ ਤੇ ਛੋਟੇ ਬੱਚੇ ਜਿਹੜੇ ਹੁੰਦੇ ਨੇ ਜੀ, ਉਹਨਾਂ ਦੇ ਅੰਦਰ ਮਲੱਪ ਪੈ ਜਾਂਦੇ ਨੇ। ਇਹਨਾਂ ਦੀ ਡਿਵਰਮਿੰਗ ਕਰਨੀ ਹੈ 1 ਦਫਾ, ਉਹ ਵੀ, ਔਰ 1 ਦਫਾ ਵੈਕਸੀਨ ਕਰ ਦੇਣੀ ਹੈ ਔਰ ਡਿਵਰਮਿੰਗ ਕਰ ਦੇਣੀ ਹੈ। ਤੇ ਕੋਈ ਇਨਸ਼ਾਅੱਲਾ ਤਾਲਾ ਜਿਹੜਾ 4 ਮਹੀਨੇ ਤੋਂ ਬਾਅਦ ਇਹਨਾਂ ਨੂੰ ਵੈਸੇ ਕੁਰਬਾਨ ਹੋ ਜਾਣਾ ਹੁੰਦਾ। ਸਰ ਜਜ਼ਾਕੱਲਾ, ਤੁਸੀਂ ਬੜੀ ਪਿਆਰੀ ਗੱਲ ਕੀਤੀ ਹੈ ਕਿ ਜ਼ਿਆਦਾ ਜ਼ੋਰ ਤੁਸੀਂ ਦਿੱਤਾ ਹੈ ਕਿ ਇੱਕ ਤੇ ਚੁੱਕਿ ਜਵਾਨੀ ਦੀ ਹਾਲਤ ਵਿੱਚ ਆਮ ਤੌਰ ਤੇ ਬਿਮਾਰੀ ਦੇ ਅੰਦਰ ਕੂਵਤ ਮੁਦਾਫਿਆ ਜ਼ਿਆਦਾ ਹੁੰਦੀ ਹੈ। ਫਿਰ ਜਦੋਂ ਖਿਲਾਇਆ ਪਿਲਾਇਆ ਟਿਕਾ ਕੇ ਜਾਵੇ ਜੀ, ਉਸ ਜਿਹੜਾ ਬੰਦਾ ਸਿਹਤਮੰਦ ਹੁੰਦਾ ਹੈ, ਉਹ ਉਸ ਨੂੰ ਵੈਸੇ ਵੀ ਬਿਮਾਰੀਆਂ ਘੱਟ ਆਉਂਦੀ ਹੈ। ਤੇ ਤੀਸਰੀ ਇਹ ਹੈ ਕਿ ਅਗਰ ਇੱਕ ਵੈਕਸੀਨੇਸ਼ਨ ਕਰਵਾ ਲਓ ਮੂੰਹ ਖੁਰ ਦੀ, ਤੇ ਪੇਟ ਦੇ ਕੀੜੇ ਸਾਫ਼ ਕਰਵਾ ਲਓ, ਤੇ ਬਾਕੀ ਕੰਮ ਸਹੀ ਚੱਲੇਗਾ ਜੀ ਜੀ। ਸਰ ਅੱਲਾਹ ਤਾਲਾ ਖੁਸ਼ ਰੱਖੇ। ਮੈਨੂੰ ਜਰਾ ਇਹ ਦੱਸ ਦਿਓ ਆਖਿਰ ਦੇ ਅੰਦਰ ਕਿ ਇਹ ਮੈਂ ਜਾਨਵਰ ਪਿਆਰ ਜਿਹੜੇ ਕੀਤੇ ਨੇ ਮੇਰੇ ਬੰਦਿਆਂ ਨੇ, ਇਹਦੇ ਖਰੀਦਾਰ ਕਿੱਥੇ ਨੇ, ਕਿਵੇਂ ਵੇਚੇਗਾ ਉਹ? ਹਾਫਿਜ਼ ਸਾਹਿਬ 3 ਤਰ੍ਹਾਂ ਦੇ ਖਰੀਦਾਰ ਨੇ। ਇਹ ਇੱਕ ਤੇ ਉਹ ਨੇ ਕਿ ਜਿਹੜੇ ਇਜਤਮਾਈ ਕੁਰਬਾਨੀ ਕਰਦੇ ਨੇ, ਤਨਖਾਹਦਾਰ ਤਬਕਾ ਹੈ, ਗਰੀਬ ਤਬਕਾ ਹੈ, ਜਿਨ੍ਹਾਂ ਦੇ ਕਿਉਂਕਿ ਕੁਰਬਾਨੀ ਦੇਣੀ ਜਿਹੜੀ ਸੁਨਨਤ ਨਬੀ ਹੈ, ਤੇ ਕੁਰਬਾਨੀ ਨੂੰ ਦੇਣਾ ਆਪਣਾ ਫਰਜ਼ ਅਦਾ ਕਰਨਾ ਚਾਹੁੰਦੇ ਨੇ, ਤੇ ਉਹ ਲੋਕ ਨੇ ਉਹ ਵੱਡੇ ਜਾਨਵਰ ਜ਼ਿਆਦਾ ਪਸੰਦ ਕਰਦੇ ਨੇ, ਔਰ ਹਿੱਸੇ ਚੋਂ 7 ਹੁੰਦੇ ਨੇ ਇੱਕ ਵੱਡੇ ਜਾਨਵਰ ਦੇ ਵਿੱਚ, ਤੇ ਇਸ ਕਰਕੇ ਜਿਹੜੇ ਉਹ ਲੋਕ ਨੇ ਨਾ ਜੀ, ਉਹ ਕੋਸ਼ਿਸ਼ ਕਰਦੇ ਨੇ ਕਿ ਵੱਡੇ ਜਾਨਵਰ ਦੀ ਕੁਰਬਾਨੀ ਦੇ। ਜਾਂ ਇਜਤਮਾਈ
ਇਜਤਮਾਈ ਕੁਰਬਾਨੀ ਕੀਤੀ ਜਾਵੇ, ਉਹਦੇ ਨਾਲ ਥੋੜੇ ਪੈਸਿਆਂ ਦੇ ਨਾਲ ਸਰ ਜਾਂਦਾ। ਅੱਛਾ, ਦੂਸਰੇ ਉਹ ਲੋਕ ਨੇ ਜਿਹੜੇ ਜ਼ਰਾ ਇਸ ਤੋਂ ਉੱਤੇ ਕਾਰੋਬਾਰੀ ਤਬਕਾ ਸਮਝ ਲਓ ਕਿ ਜਿਹੜਾ ਸੀਗਾ, ਜਿਹੜੇ ਅੱਛੇ ਤੋਂ ਅੱਛੇ ਜਾਨਵਰ ਖਰੀਦ ਕੇ ਮਤਲਬ ਕਿ ਲੋਕਾਂ ਨੂੰ ਵੀ ਦੱਸਣਾ ਚਾਹੁੰਦੇ ਨੇ, ਅੱਲਾਹ ਤਾਲਾ ਦੇ ਅੱਗੇ ਵੀ ਮਤਲਬ ਕਿ ਜਿਹੜਾ ਸੀ ਤੇ ਉਹ ਜਿਹੜੇ ਵੱਡੇ ਜਾਨਵਰ, ਜਿਹੜਾ ਤੇ ਜਾਨਵਰ ਹੈ 300 kg ਦਾ 400 kg ਦਾ, ਉਹ ਤੇ ਆਮ ਇਜਤਮਾਈ ਕੁਰਬਾਨੀ ਦੇ ਉੱਤੇ ਜਿਹੜਾ ਸੀਗਾ ਉਹ ਲੱਗ ਜਾਂਦਾ, ਉਹ ਲੋਕ ਖਰੀਦਦੇ ਨੇ, ਚਾਹੇ ਜ਼ਿਆਦਾ ਪੈਸੇ ਨਾ ਖਰਚ ਨਹੀਂ ਕਰ ਸਕਦੇ। ਲੇਕਿਨ ਅਗਰ ਤੁਸੀਂ ਅੰਦਾਜ਼ਾ ਕਰੋ ਮਾਰਕੀਟ ਬਾਜ਼ਾਰ ਨਾਲੋਂ, ਆਮ ਬਾਜ਼ਾਰ ਨਾਲੋਂ ਜਿਹੜਾ ਕੁਰਬਾਨੀ ਦਾ ਗੋਸ਼ਤ ਹੈ ਨਾ ਜੀ, ਉਹ ਡਬਲ ਰੇਟ ਤੇ ਪੈਂਦਾ। ਇਸ ਕਰਕੇ ਉਹ ਫਾਰਮਰ ਨੂੰ ਵੀ ਫਾਇਦਾ ਹੁੰਦਾ ਔਰ ਜਿਹੜਾ ਕੁਰਬਾਨੀ ਦੇਣ ਵਾਲਾ ਉਹਨੂੰ ਵੀ ਥੋੜੇ ਪੈਸਿਆਂ 'ਚ ਉਹਦੀ ਕੁਰਬਾਨੀ ਹੁੰਦੀ। ਅਗਰ 500 ਰੁਪਇਆ ਮਾਰਕੀਟ ਦੇ ਵਿੱਚ ਵੱਡੇ ਗੋਸ਼ਤ ਦਾ ਰੇਟ ਹੈ ਨਾ, ਤੇ ਕੁਰਬਾਨੀ ਦਾ ਗੋਸ਼ਤ 1000 ਰੁਪਏ ਤੁਹਾਨੂੰ ਪਏਗਾ। ਇਸ ਕਰਕੇ ਕੁਰਬਾਨੀ ਦੇ ਜਾਨਵਰ ਪਾਲਣ ਦੇ ਵਿੱਚ ਜ਼ਿਆਦਾ ਫਾਇਦਾ ਹੈ। ਇਹਦਾ ਮਤਲਬ ਇਹ ਵੇ, ਅਗਰ ਕੁਰਬਾਨੀ ਕਰਨ ਵਾਲੇ ਨੂੰ 1000 ਰੁਪਏ ਦਾ ਕਿਲੋ ਪੈ ਰਿਹਾ, ਹਾਂਜੀ, ਉਹਦਾ ਇੱਕ ਹਿੱਸਾ ਜਿਹੜਾ ਹੈ ਉਹ ਜਾਨਵਰ ਪਾਲਣ ਵਾਲੇ ਨੂੰ ਵੀ ਜਾ ਰਿਹਾ, ਉਹਨੂੰ ਵੀ ਉਹਦਾ ਸਹੀ ਰੇਟ ਮਿਲ ਰਿਹਾ, ਉਹਦਾ ਜਿਹੜਾ ਸੀਗਾ ਉੱਥੇ ਕਿ। ਔਰ ਤੁਹਾਨੂੰ ਪਤਾ ਕਿਸੇ ਚੀਜ਼ ਦੀ ਪ੍ਰੋਡਕਸ਼ਨ ਉਸੇ ਵੇਲੇ ਵੱਧਦੀ ਹੈ ਜਦ ਉਹਦਾ ਰੇਟ ਸਹੀ ਮਿਲਦਾ। ਸਹੀ ਬਾਤ। ਇਸੇ ਕਰਕੇ ਜਦ ਉਹਨੂੰ ਰੇਟ ਸਹੀ ਮਿਲਦਾ ਤੇ ਲੋਕ ਹੋਰ ਸ਼ੌਕ ਨਾਲ ਪਾਲਦੇ ਨੇ। ਤੇ ਕੁਰਬਾਨੀ ਤੇ ਤੁਸੀਂ ਦੇਖਿਆ ਹੋਣਾ ਦੁਨੀਆ ਦਾ ਬਿਹਤਰੀਨ, ਪੂਰੀ ਦੁਨੀਆ 'ਚ ਇੰਨੇ ਅੱਛੇ ਜਾਨਵਰ ਨਹੀਂ ਹੁੰਦੇ ਜਿਹੜੇ ਸਾਡੇ ਪਾਕਿਸਤਾਨ ਦੇ ਵਿੱਚ ਕੁਰਬਾਨੀ ਤੇ ਜਿਹੜੇ ਮਾਰਕੀਟ ਦੇ ਵਿੱਚ ਸੇਲ ਹੁੰਦੇ ਨੇ। ਤੇ ਦੂਸਰੇ ਜਿਹੜੇ ਵੱਡੇ ਲੋਕ ਨੇ ਉਹ ਫਿਰ ਤੁਸੀਂ ਦੇਖਿਆ 500 kg ਦਾ ਵੀ ਜਾਨਵਰ ਹੁੰਦਾ, ਉਹ 400 kg ਦਾ ਵੀ ਲੈਂਦੇ ਆ, 500 kg ਦਾ ਵੀ ਲੈਂਦੇ ਆ, 1000 kg ਦਾ ਵੀ ਜਾਨਵਰ ਹੁੰਦਾ, ਜਿਹੜੇ ਦੁੱਧ ਨਾ ਪਾਲਦੇ ਨੇ, ਘਿਓ ਨਾ ਪਾਲਦੇ ਨੇ, ਸ਼ੌਕ ਦੇ ਨਾਲ ਜਿਹੜਾ ਸੀਗਾ। ਤੇ ਇਸ ਕਰਕੇ ਓਵਰਆਲ ਉਹਦਾ ਜਿਹੜਾ ਪ੍ਰੋਫਿਟ ਹੈ ਨਾ ਜੀ, ਉਹ ਫਾਰਮਰ ਨੂੰ, ਜ਼ਿਮੀਦਾਰ ਨੂੰ ਵੀ ਜਾਂਦਾ ਹੈ, ਔਰ ਜ਼ਿਮੀਦਾਰ ਫਿਰ ਸ਼ੌਕ ਦੇ ਨਾਲ ਹੋਰ ਪਾਲਦਾ ਹੈ। ਇਸ ਕਰਕੇ ਇਹ ਜ਼ਿਮੀਦਾਰਾਂ ਵਾਸਤੇ ਬੜਾ ਅੱਛਾ ਵਕਤ ਹੈ ਕਿ ਜਾਨਵਰ ਲੈ ਕੇ ਜਿੰਨੇ ਉਹ ਆਪਣੀ ਤਾਕਤ ਦੇ ਮੁਤਾਬਕ, ਆਪਣੇ ਜੇਬ ਦੇ ਮੁਤਾਬਕ ਖਰੀਦ ਸਕਦੇ ਨੇ, ਇਹਨਾਂ ਨੂੰ ਪਾਲਣ ਫਰਮਾਇਆ ਕਿ ਜਿਹੜਾ ਆਖਰੀ ਗਰੁੱਪ ਹੈ ਜੀ, ਐਕਚੁਅਲੀ ਜਿਹੜੀ ਪਿਛਲੇ ਸਾਲ ਜਿਹੜੀ ਕੁਰਬਾਨੀ ਹੋਈ ਹੈ ਉਹ ਕਰੋੜ ਤੱਕ ਪਹੁੰਚ ਗਈ ਸੀ ਜੀ। ਯਾਨੀ ਕਿ ਉਹ ਬੰਦੇ ਦਾ ਦਿਲ ਸੀਗਾ ਕਿ ਮੈਂ ਉਹ ਨੁਮਾਇਸ਼ ਵੀ ਸ਼ਾਇਦ ਹੋਵੇ, ਲੇਕਿਨ ਅਸੀਂ ਤਾਂ ਆਖਾਂਗੇ ਅੱਲਾਹ ਤਾਲਾ ਕਬੂਲ ਫਰਮਾਏ। ਅੱਲਾਹ ਤਾਲਾ ਕਬੂਲ। ਮੈਂ ਤੁਹਾਡਾ ਸਰ ਮੈਂ ਸ਼ੁਕਰਗੁਜ਼ਾਰ ਹਾਂ ਡਾਕਟਰ ਸਾਹਿਬ ਕਿ ਤੁਸੀਂ ਟਾਈਮ ਕੱਢਿਆ, ਤਸ਼ਰੀਫ ਲਿਆਂਦਾ ਇੱਥੇ ਔਰ ਮੇਰੇ ਕਿਸਾਨ ਭਾਈਆਂ ਦੀ ਰਹਿਨੁਮਾਈ ਫਰਮਾਈ। ਅੱਲਾਹ ਤਾਲਾ ਤੁਹਾਨੂੰ ਇਹਦਾ ਅਜਰ ਦੇਵੇ ਔਰ ਇਨਸ਼ਾਅੱਲਾ ਤਾਲਾ, ਚੂँकि ਤੁਹਾਡੀ ਜ਼ਿੰਦਗੀ ਦੇ 35 ਸਾਲ ਇਸ ਕੰਮ ਵਿੱਚ ਗੁਜ਼ਰੇ ਨੇ, ਸਮਾਲ ਸਕੇਲ ਫਾਰਮਰ ਤੋਂ ਵੱਡੇ ਵੱਡੇ ਫਾਰਮ ਐਸਟੈਬਲਿਸ਼ ਕਰਨ ਤੱਕ ਤੁਹਾਡਾ ਇੱਕ ਹੋਲਡ ਰਿਹਾ ਕਿ ਤੁਹਾਨੂੰ ਅਸੀਂ ਅਕਸਰ ਪੇਸ਼ਤਰ ਜ਼ਹਿਮਤ ਦਿੰਦੇ ਰਵਾਂਗੇ। ਔਰ ਚੂँकि ਤੁਸੀਂ ਮੇਰੇ ਛੋਟੇ ਭਾਈ ਹੋ, ਮੈਂ ਉਸ ਦਾ ਫਾਇਦਾ ਚੁੱਕਣਾ। ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ। ਅੱਲਾਹ ਤਾਲਾ ਖੁਸ਼ ਰੱਖੇ, ਅੱਲਾਹ ਤਾਲਾ ਖੁਸ਼ ਰੱਖੇ। ਵਮਾ ਅਲੈਨਾ ਇल्लल बलागुल मुबीन।